ਜਦੋਂ ਮੈਂ ਤੁਹਾਡੇ ਨਾਲ ਇਤਿਹਾਸ ਦੀ ਇੱਕ ਲੜੀ ਸ਼ੁਰੂ ਕੀਤੀ ਤਾਂ ਉਸ ਇਤਿਹਾਸ ਦੀ ਲੜੀ ਦਾ ਇੱਕ ਮਕਸਦ ਸੀ ਕਿ ਇਤਿਹਾਸ ਇੱਕ ਐਸੀ ਚੀਜ਼ ਹੈ ਜਿਸ ਤੋਂ ਇਨਸਾਨ ਨੂੰ ਸਬਕ ਲੈਣਾ ਚਾਹੀਦਾ ਔਰ ਜਿਹੜਾ ਇਨਸਾਨ ਇਤਿਹਾਸ ਤੋਂ ਸਬਕ ਨਹੀਂ ਲੈਂਦਾ ਇਤਿਹਾਸ ਉਹਨੂੰ ਸਬਕ ਦੇ ਕੇ ਜਾਂਦਾ ਹੈ ਔਰ ਉਹਨੂੰ ਕੋਈ ਨਾ ਕੋਈ ਲੈਸਨ ਸਮਝਾ ਕੇ ਜਾਂਦਾ ਔਰ ਐਸੇ ਇਨਸਾਨ ਜਿਹੜੇ ਸਬਕ ਨਹੀਂ ਸਿੱਖਦੇ ਉਹ ਇਤਿਹਾਸ 'ਚ ਗਰਕ ਵੀ ਹੋ ਜਾਂਦੇ ਨੇ। ਇਸ ਚੀਜ਼ ਨੂੰ ਸਾਨੂੰ ਨਜ਼ਰ ਆਉਂਦਾ। ਅਸੀਂ ਦੇਖਿਆ ਕਿ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਜਿਹੜਾ ਮੁਸਲਿਮ ਧਰਮ ਨੇ ਪੈਰ ਰੱਖਿਆ ਜਾਂ ਪੈੜ ਪਾਈ ਉਹ ਕਿਹੜੇ ਇਲਾਕੇ ਦੇ ਵਿੱਚ ਪੈੜ ਪਈ ਔਰ ਉਹ ਕਿਵੇਂ ਪੈੜ ਪਈ। ਇਹ ਚੀਜ਼ ਅਸੀਂ ਪਹਿਲੀ ਲੜੀ ਦੇ ਵਿੱਚ ਦੇਖੀ ਸੀ ਕਿ ਸਿੰਧ ਵਾਲੇ ਇਲਾਕੇ ਦੇ ਵਿੱਚ ਪਹਿਲੀ ਵਾਰ ਮੁਹੰਮਦ ਬਿਨ ਕਾਸਿਮ ਹੀ ਵਾਸ ਏਬਲ ਟੂ ਐਸਟੈਬਲਿਸ਼ ਹਿਜ਼ ਐਮਪਾਇਰ ਔਰ ਇਹ ਕੁਝ ਗਲਤੀਆਂ ਛੋਟੀਆਂ-ਮੋਟੀਆਂ ਗਲਤੀਆਂ ਜਿਹੜੇ ਕਿ ਵੱਡੇ ਉਹਦੇ ਨਤੀਜੇ ਨਿਕਲਦੇ ਨੇ ਉਹ ਚੀਜ਼ਾਂ ਨਿਕਲੀਆਂ। ਅਸੀਂ ਕਿਹਾ ਉਹਦੇ ਵਿੱਚ ਕਿ ਦਾਹਿਰ ਰਾਜੇ ਦੀ ਕੁੜੀਆਂ ਨੇ ਬਦਲਾ ਤਾਂ ਲੈ ਲਿਆ ਪਰ ਉਹ ਬਦਲਾ ਠੀਕ ਹੈ ਇੱਕ ਇੰਡੀਵਿਜੂਅਲ ਲੈਵਲ ਦੇ ਉੱਤੇ ਬਦਲਾ ਤਾਂ ਹੋ ਗਿਆ ਪਰ ਬਾਕੀ ਇਲਾਕੇ ਦੇ ਉੱਤੇ ਉਹਦਾ ਕਿੰਨਾ ਅਸਰ ਰਿਹਾ ਦੈਟ ਇਜ਼ ਵਟ ਵੀ ਨੀਡ ਟੂ ਅੰਡਰਸਟੈਂਡ ਆਲਸੋ। ਪਰ ਇੱਕ ਗੱਲ ਹੋਰ ਜਿਹੜੀ ਸਮਝਣ ਵਾਲੀ ਹੈ ਕਿ ਇਹ ਜਿਹੜੇ ਇਹ ਇਲਾਕਾ ਤਕਰੀਬਨ 300 ਸਾਲ ਇਸ ਇਲਾਕੇ ਦੇ ਉੱਤੇ ਅਰਬਾਂ ਦਾ ਕਬਜ਼ਾ ਰਿਹਾ ਪਰ 300 ਸਾਲ ਇਹ ਅੱਗੇ ਨਹੀਂ ਵੱਧ ਪਾਏ। ਕਿਉਂਕਿ ਇਸ ਇਲਾਕੇ ਦੇ ਉੱਤੇ ਗੁਰਜਰ ਪ੍ਰਤਿਹਾਰ ਠੀਕ ਹੈ ਜੀ ਦੈਟ ਇਜ਼ ਕਿ ਨਾਗ ਭੱਟਾ ਵਗੈਰਾ ਇਹ ਜਿਹੜੇ ਰਾਜੇ ਸੀਗੇ ਔਰ ਨਾਰਥ ਵਿੱਚ ਹਿੰਦੂ ਸ਼ਾਹੀਜ਼ ਇਹਨਾਂ ਦਾ ਕੰਟਰੋਲ ਸੀਗਾ। ਦੇ ਡਿਡ ਨਾਟ ਅਲਾਓ ਅਰਬਸ ਟੂ ਮਾਰਚ ਔਨ ਔਰ ਇਸੇ ਕਰਕੇ ਜਿਹੜਾ ਸੀਗਾ ਇਹ ਬਹੁਤ ਦੇਰ ਤੱਕ ਆਪਣੇ ਆਪ ਨੂੰ ਬਚਾ ਕੇ ਰੱਖ ਪਾਏ। ਪਰ ਜਦੋਂ ਅਸੀਂ ਹੋਰ ਹਿਸਟਰੀ ਦੇ ਅੱਗੇ ਜਾਂਦੇ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਦਾ ਸੀਗਾ ਕਿ 100-200 ਸਾਲ ਹਿਸਟਰੀ ਦੇ ਵਿੱਚ ਕੁਝ ਵੀ ਨਹੀਂ ਨਿਕਲਦੇ ਔਰ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਪਹੁੰਚ ਜਾਂਦੇ ਹਾਂ 960-65 ਵਾਲੇ ਇਲਾਕੇ ਦੇ ਵਿੱਚ ਜਦੋਂ ਕਿ ਇਸ ਇਲਾਕੇ ਦੇ ਉੱਤੇ ਇਹ ਜਿਹੜਾ ਇਲਾਕਾ ਔਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਇਹ ਜਿਹੜਾ ਹਿੰਦੂ ਸ਼ਾਹੀ ਵਾਲਾ ਇਲਾਕਾ ਹੈ ਇਹ ਕਾਬੁਲ ਵਾਲਾ ਇਲਾਕਾ ਸੀਗਾ ਔਰ ਇਹਦੇ ਜਿਹੜੇ ਅਫਗਾਨਿਸਤਾਨ ਦੇ ਨੀਚੇ ਵਾਲਾ ਇਲਾਕਾ ਸੀਗਾ ਜਾਂ ਉਹਨੂੰ ਸਾਊਥ ਅਫਗਾਨਿਸਤਾਨ ਕਹਿੰਦੇ ਆ ਉਹਨੂੰ ਜ਼ਾਬੁਲ ਵਾਲਾ ਇਲਾਕਾ ਕਿਹਾ ਜਾਂਦਾ ਸੀਗਾ। ਜਿਹੜਾ ਕਾਬੁਲ ਵਾਲਾ ਇਲਾਕਾ ਸੀ ਇਹ ਹਿੰਦੂ ਸ਼ਾਹੀ ਕੰਟਰੋਲ ਦੇ ਵਿੱਚ ਸੀ। ਜਿਹੜਾ ਜ਼ਾਬੁਲ ਵਾਲਾ ਇਲਾਕਾ ਸੀ ਇਹ ਭੱਟੀ ਟਰਾਈਬਲਸ ਦੇ ਕੰਟਰੋਲ ਦੇ ਵਿੱਚ ਸੀ। ਨਾਓ what happened thereafter ਉਸ ਚੀਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਇਲਾਕਾ ਹੈ ਖੁਰਾਸਾਨ ਵਿੱਚ ਇੱਕ ਅਲਪਤਗਿਨ ਇੱਕ ਬੰਦਾ ਸੀ ਜਿਹੜਾ ਕਿ ਪਹਿਲਾਂ ਗ੍ਰੀਸ ਦੇ ਅੰਡਰ ਹੁੰਦਾ ਸੀਗਾ ਪਰ ਉਸਨੇ ਆਪਣਾ ਉਹ ਉਸ ਇਲਾਕੇ ਤੋਂ ਕਿਤੇ ਹਾਰਿਆ ਔਰ ਉਹ ਹਾਰਦਾ ਹੋਇਆ ਕਿਤੇ ਨਾ ਕਿਤੇ ਇਹ ਜਿਹੜਾ ਸਾਊਥ ਜ਼ਾਬੁਲ ਵਾਲਾ ਇਲਾਕਾ ਹੈ ਇਹਦੇ ਉੱਤੇ ਇਸ ਇਲਾਕੇ ਦੇ ਉੱਤੇ ਉਹਨੇ ਕਬਜ਼ਾ ਕੀਤਾ ਐਂਡ ਦੈਨ ਹੀ ਟਰਾਈਡ ਕਿ ਉਸਨੇ ਕਾਬੁਲ ਦੇ ਉੱਤੇ ਵੀ ਹਮਲੇ ਸ਼ੁਰੂ ਕੀਤੇ ਔਰ ਉਸ ਵੇਲੇ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕਾਬੁਲ ਵਾਲੇ ਇਲਾਕੇ ਦੇ ਵਿੱਚ ਜੈਪਾਲ ਰਾਜੇ ਦਾ ਰਾਜ ਸੀਗਾ ਔਰ ਜਦੋਂ ਜੈਪਾਲ ਨੂੰ ਲੱਗਿਆ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਹੁਣ ਜਿਹੜਾ ਸੀਗਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੋ ਗਿਆ ਤਾਂ ਅਲਪਤਗਿਨ ਦਾ ਜਵਾਈ ਜਿਹੜਾ ਕਿ ਉਸ ਵੇਲੇ ਉਸ ਇਲਾਕੇ ਤੇ ਕਾਬਜ਼ ਹੋ ਚੁੱਕਾ ਸੀ ਜਿਹਦਾ ਨਾਂ ਸਬੁਤਕੇਗਿਨ ਸੀਗਾ। ਮੈਂ ਤੁਹਾਨੂੰ ਕੱਲ੍ਹ ਦੀ ਵੀਡੀਓ 'ਚ ਦੱਸਿਆ ਸੀ ਸਬੁਤਕੇਗਿਨ। ਦੈਨ ਉਹਦੇ ਵਿੱਚ 986 ਦੇ ਵਿੱਚ ਉਹਦੀ ਲੜਾਈ ਹੋਈ 86-87 ਦੇ ਵਿੱਚ ਉਹਦੇ ਵਿੱਚ ਜੈਪਾਲ ਹਾਰਿਆ ਔਰ ਉਹਦੇ ਵਿੱਚ ਉਸਨੂੰ ਕੁਝ ਰਿਆਇਤਾਂ ਦੇਣੀਆਂ ਪਈਆਂ ਪਰ ਜਦੋਂ ਉਹ ਵਾਪਸ ਕਾਬੁਲ ਪਹੁੰਚਿਆ ਜਾ ਕੇ ਉਹ ਮੁੱਕਰ ਗਿਆ। ਫਿਰ ਦੁਬਾਰਾ ਲੜਾਈ ਹੋਈ ਉਸਨੇ ਅਟੈਕ ਕੀਤਾ ਇਹਦੇ ਉੱਤੇ ਸਬੁਤਕੇਗਿਨ ਦੇ ਉੱਤੇ ਪਰ ਦੁਬਾਰਾ ਫਿਰ ਉਹ ਹਾਰ ਗਿਆ ਉਸ ਲੜਾਈ ਦੇ ਵਿੱਚ। ਭਾਵੇਂ ਉਸ ਲੜਾਈ ਦੇ ਵਿੱਚ ਉਸਨੂੰ ਬਾਕੀ ਰਾਜਾਂ ਦਾ ਸਮਰਥਨ ਵੀ ਮਿਲਿਆ ਸੀਗਾ ਬਟ ਈਵਨ ਦੈਨ ਹੀ ਲੋਸਟ ਦਾ ਵਾਰ ਐਂਡ ਇਹ ਕਿਹਾ ਜਾਂਦਾ ਕਿ ਉਸਨੂੰ ਆਪਣਾ ਮੁੰਡਾ ਉੱਥੇ ਗਿਰਵੀ ਰੱਖਣਾ ਪਿਆ ਔਰ ਮੁੰਡੇ ਨੂੰ ਗਿਰਵੀ ਰੱਖ ਕੇ ਦੈਨ ਹੀ ਵਾਸ ਏਬਲ ਟੂ ਸਿਕਿਉਰ ਕਿ ਆਪਣੇ ਪੈਸਾ ਦੇ ਕੇ ਜਿਹੜਾ ਸੀਗਾ ਉਸ ਤੋਂ ਬਾਅਦ ਉਹਨੂੰ ਛੁਡਾਇਆ। ਸੋ ਦੈਟ ਇਜ਼ ਹਾਊ ਦਾ ਵਾਰ ਪ੍ਰੋਸੀਡਡ। ਨਾਓ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 997 ਈਸਵੀ ਦੇ ਵਿੱਚ ਤਕਰੀਬਨ 997 ਈਸਵੀ ਦੇ ਵਿੱਚ ਸਬੁਤਕੇਗਿਨ ਜਿਹੜੀ ਸੀਗੀ ਉਹਦੀ ਵੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਉਹਦਾ ਮੁੰਡਾ ਮਹਿਮੂਦ ਜਿਹਨੂੰ ਕਿ ਮਹਿਮੂਦ ਗਜ਼ਨੀ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ ਹੀ ਬਿਕੇਮ ਦਾ ਕਿੰਗ ਆਫ ਗਜ਼ਨੀ ਜਾਂ ਗਜ਼ਨੀ ਦੇ ਇਲਾਕੇ ਦੇ ਉੱਤੇ ਉਹਦਾ ਕਬਜ਼ਾ ਹੋਇਆ। ਨਾ ਇਹ ਵੀ ਇੱਕ ਛੋਟੀ ਜਿਹੀ ਕਹਾਣੀ ਹੋਰ ਆ ਜਾਂਦੀ ਹੈ ਇਹਦੇ ਨਾਲ ਕਿ ਸਬੁਤਕੇਗਿਨ ਦੇ 4 ਪੁੱਤਰ ਸੀਗੇ ਔਰ ਮਹਿਮੂਦ ਵੱਡਾ ਪੁੱਤਰ ਸੀ ਜਿਸ ਨੂੰ ਕਿ ਉਹਨੇ ਥਾਪਿਆ ਸੀਗਾ ਔਰ ਉਹ ਤਕਰੀਬਨ ਖੁਰਾਸਾਨ ਦੇ ਇਲਾਕੇ ਜਿਹੜਾ ਸੀਗਾ ਉਹ ਵੀ ਉਹਨੇ ਆਪਣੇ ਕੰਟਰੋਲ 'ਚ ਲਿੱਤਾ ਹੋਇਆ ਸੀਗਾ। ਦੈਨ ਹੀ ਵਾਂਟਡ ਕਿ ਵੀ ਮਹਿਮੂਦ ਜਿਹੜਾ ਸੀਗਾ ਹੀ ਵਿਲ ਬਿਕਮ ਦਾ ਕਿੰਗ ਪਰ ਜਦੋਂ ਉਹ ਕਿਉਂਕਿ ਐਕਸਪੈਡੀਸ਼ਨ 'ਤੇ ਸੀਗਾ ਉਹ ਬਲਖ ਵਾਲੇ ਇਲਾਕੇ ਦੇ ਵਿੱਚ ਤਾਂ ਪਿੱਛੋਂ ਸਬੁਤਕੇਗਿਨ ਦੇ ਛੋਟੇ ਮੁੰਡੇ ਨੇ ਉਸ ਗਜ਼ਨੀ ਦੇ ਉੱਤੇ ਕਬਜ਼ਾ ਕਰ ਲਿਆ ਪਰ ਇਸ ਨੂੰ ਦੇਖਦੇ ਹੋਏ ਮਹਿਮੂਦ ਨੂੰ ਵਾਪਸ ਆਣਾ ਪਾਇਆ ਆ ਕੇ ਉਸਨੇ ਫਿਰ ਗਜ਼ਨੀ ਦੇ ਉੱਤੇ ਅਟੈਕ ਕੀਤਾ। ਅਟੈਕ ਕਰਕੇ ਹੀ ਵਾਸ ਏਬਲ ਟੂ ਸਬਡਿਊ ਹਿਜ਼ ਬ੍ਰਦਰ ਔਰ ਉਸਨੇ ਦੁਬਾਰਾ ਆਪਣਾ ਰਾਜ ਉੱਥੇ ਕਾਇਮ ਕੀਤਾ। ਨਾਰਮਲੀ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਭਰਾ ਦੇ ਵਿੱਚ ਵੀ ਲੜਾਈ ਹੁੰਦੀ ਹੈ ਜਿਹੜਾ ਜੇਤੂ ਹੁੰਦਾ ਉਸਨੂੰ
ਜਿਹੜਾ ਹਾਰਦਾ ਉਸ ਨੂੰ ਮਾਰ ਦਿੰਦਾ। ਪਰ ਇਸ ਵੇਲੇ ਮਹਿਮੂਦ ਨੇ ਆਪਣੇ ਭਰਾ ਨੂੰ ਮਾਰਿਆ ਨਹੀਂ। ਇਹ ਕਿਹਾ ਜਾਂਦਾ ਕਿ ਆਪਣੇ ਸਹੁਰੇ ਦੇ ਕੋਲ ਇੱਕ ਤਰ੍ਹਾਂ ਦਾ ਸਪੁਰਦ ਕਰ ਦਿੱਤਾ ਕਿ ਇਸ ਨੂੰ ਇਹਦਾ ਖਿਆਲ ਰੱਖਿਆ ਜਾਵੇ ਔਰ ਇਹਨੂੰ ਇੰਨਾ ਮਜ਼ਬੂਤ ਨਾ ਹੋਣ ਦਿੱਤਾ ਜਾਵੇ ਕਿ ਕੱਲ੍ਹ ਨੂੰ ਇਹ ਬਗਾਵਤ ਕਰ ਸਕੇ ਨਾ। ਇਹ ਛੋਟੇ ਜਿਹੇ ਐਸੇ ਤਰ੍ਹਾਂ ਦੀਆਂ ਚੀਜ਼ਾਂ ਨਾਲ ਉਹ ਆਪਣੇ ਇਲਾਕੇ 'ਚ ਕਿ ਵੀ ਇਹ ਬੜਾ ਕਾਇੰਡ ਰਾਜਾ ਹੈ ਮਸ਼ਹੂਰ ਹੋ ਗਿਆ ਔਰ ਉਸ ਨੂੰ ਹੋਰ ਜਿਹੜਾ ਸੀਗਾ ਲੋਕਾਂ ਦਾ ਸਮਰਥਨ ਵੀ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਨਾ। ਇਹ ਛੋਟੀ ਛੋਟੀ ਕਹਾਣੀਆਂ ਨੇ ਮੁਹੰਮਦ ਗਜ਼ਨੀ ਦੇ ਬਾਰੇ ਦੇ ਵਿੱਚ। ਪਰ ਜਦੋਂ ਗਜ਼ਨੀ ਦੇ ਬਾਰੇ ਆਪਾਂ ਅੱਗੇ ਪੜਾਂਗੇ ਤਾਂ ਸਾਨੂੰ ਪਤਾ ਲੱਗਦਾ ਕਿ ਇਨਸਾਨ ਜਿਹੜਾ ਆਪਣੇ ਵਾਸਤੇ ਇੰਨਾ ਕਾਇੰਡ ਹੋ ਸਕਦਾ ਜਾ ਕੇ ਦੂਜਿਆਂ ਵਾਸਤੇ ਕਿੰਨਾ ਕਰੂਰ ਵੀ ਹੋ ਸਕਦਾ। ਉਹ ਚੀਜ਼ ਵੀ ਅਸੀਂ ਦੇਖਦੇ ਹਾਂ। ਸੋ ਅਗਲੀ ਆਪਾਂ ਦੇਖਦੇ ਹਾਂ ਕਿ ਜਦੋਂ ਇਹ ਚੀਜ਼ਾਂ 997 ਤੋਂ ਬਾਅਦ 1001 ਦੇ ਵਿੱਚ ਜੈਪਾਲ ਨੂੰ ਫਿਰ ਲੱਗਿਆ ਕਿ ਮੈਂ ਇੰਨਾ ਮਜ਼ਬੂਤ ਹਾਂ ਕਿ ਮੈਂ ਇਹਦਾ ਮੁਕਾਬਲਾ ਕਰ ਸਕਦਾ। ਦੈਨ ਹੀ ਟਰਾਈਡ ਟੂ, ਉਸਨੇ ਦੁਬਾਰਾ ਸਾਰੀ ਤਿਆਰੀ ਕੀਤੀ ਔਰ 1002 ਦੇ ਵਿੱਚ ਦੁਬਾਰਾ ਇਸ ਇਲਾਕੇ ਦੇ ਉੱਤੇ ਅਟੈਕ ਕੀਤਾ, ਗਜ਼ਨੀ ਦੇ ਉੱਤੇ ਅਟੈਕ ਕੀਤਾ ਔਰ ਉਹ ਇੱਕ ਬਹੁਤ ਵੱਡੀ ਲੜਾਈ ਹੋਈ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਮੈਂ ਤੁਹਾਨੂੰ ਕੱਲ੍ਹ ਵੀ ਦੱਸ ਰਿਹਾ ਸੀ ਕਿ ਉਹਦੇ ਕਿ ਬਾਰਿਸ਼ ਬੁਰਿਸ਼ ਪੈਣ ਦੇ ਕਾਰਨ ਇਸ ਤਰ੍ਹਾਂ ਦੇ ਕਾਰਨ ਜਿਹੜਾ ਸੀਗਾ ਕਿਤੇ ਲੜਾਈ ਦੇ ਵਿੱਚ ਵਿਘਨ ਪੈ ਗਿਆ ਔਰ ਜੈਪਾਲ ਹਾਰ ਗਿਆ। ਬਟ ਅਲਟੀਮੇਟਲੀ ਦੇ ਹੈਡ ਟੂ ਕਿ ਤਕਰੀਬਨ ਇਹ ਕਿਹਾ ਜਾਂਦਾ ਕਿ 30,000 ਫੌਜੀ ਸੈਨਿਕ ਜਿਹੜੇ ਸੀਗੇ ਜੈਪਾਲ ਦੇ ਉਹ ਮਾਰੇ ਗਏ ਔਰ ਪਰ ਉਹਨਾਂ ਨੇ ਮੁਕਾਬਲਾ ਤਾਂ ਬਹੁਤ ਡਟ ਕੇ ਕੀਤਾ ਬਟ ਅਲਟੀਮੇਟਲੀ ਦੇ ਹੈਡ ਟੂ ਲੂਜ਼। ਐਂਡ ਅਸੀਂ ਫਿਰ ਬਾਅਦ ਦੇਖਿਆ ਦਿਸ ਬੈਟਲ ਇਜ਼ ਨੋਨ ਐਜ਼ ਬੈਟਲ ਆਫ ਚੱਚ ਵੀ ਕਿਹਾ ਜਾਂਦਾ ਹੈ। ਇਸ ਨੂੰ ਚੱਚ ਦਾ ਨਾਂ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਦੋਂ ਦਾਹਿਰ ਦੇ ਪਿਓ ਦਾ ਨਾਮ ਚੱਚ ਸੀਗਾ ਔਰ ਇਹ ਇਲਾਕਾ ਹਜ਼ਰੋ ਦੇ ਕੋਲ ਇਲਾਕਾ ਹੈ। ਸਿੰਧ ਦਰਿਆ ਦੇ ਕੰਢੇ ਦੇ ਉੱਤੇ ਪੈਂਦਾ, ਈਸਟਰਨ ਬੈਂਕ ਆਫ ਸਿੰਧ ਦਰਿਆ ਦੇ ਉੱਤੇ ਪੈਂਦਾ, ਪਿਸ਼ਾਵਰ ਔਰ ਕਾਬੁਲ ਦੇ ਰਸਤੇ ਦੇ ਵਿੱਚ ਇਹ ਇਲਾਕਾ ਪੈਂਦਾ। ਉੱਥੇ ਇਹ ਲੜਾਈ ਜਿਹੜੀ ਸੀਗੀ ਉਸ ਇਲਾਕੇ ਇਸ ਲੜਾਈ ਦੇ ਵਿੱਚ ਇਹ ਕਿਹਾ ਜਾਂਦਾ ਕਿ ਜੈਪਾਲ ਹਾਰ ਗਿਆ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੈਪਾਲ ਕੇਮ ਬੈਕ ਔਰ ਵਾਈ ਹਿੰਦ ਜਿਹੜੀ ਕਿ ਰਾਜਧਾਨੀ ਸੀ ਆ ਕੇ ਉਸਨੇ ਸੁਇਸਾਈਡ ਜਿਹੜਾ ਸੀ ਹੀ ਕਮਿਟਡ ਸੁਇਸਾਈਡ ਆਲਸੋ। ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਹੁਣ ਜਦੋਂ ਗਜ਼ਨੀ ਨੇ ਇਸ ਇਲਾਕੇ ਨੂੰ ਜਿੱਤਿਆ ਤਾਂ ਉਸ ਤੋਂ ਬਾਅਦ ਹੀ ਵਾਜ਼ ਏਬਲ ਟੂ ਸਿਕਿਉਰ ਲੋਟ ਆਫ ਉਸ ਤੋਂ ਇਹ ਹਰਜਾਨਾ ਲਿੱਤਾ ਜਾਂਦਾ ਕਿ ਮੈਂ ਲੜਾਈ ਜਿੱਤਿਆ ਤੇਰੇ ਕਾਰਨ ਜਿਹੜਾ ਸੀ ਮੈਨੂੰ ਨੁਕਸਾਨ ਹੋਇਆ। ਇਹ ਕਿਹਾ ਜਾਂਦਾ ਕਿ ਤਕਰੀਬਨ 2,50,000 ਮੋਹਰਾਂ ਜਿਹੜੀਆਂ ਸੀਗੀਆਂ ਦਿਨਾਰਸ ਤੇ ਹੀ ਵਾਜ਼ ਉਸ ਦਾ ਜੁਰਮਾਨਾ ਜੈਪਾਲ ਨੂੰ ਭਰਨਾ ਪਿਆ। ਜੇ ਦਿਨਾਰ ਦੀ ਇੱਕ ਦਿਨਾਰ ਨੂੰ ਮੰਨੀਏ ਆਪਾਂ ਤਾਂ 4 ਗ੍ਰਾਮ ਦਾ ਇੱਕ ਦਿਨਾਰ ਹੁੰਦਾ। ਦੈਟ ਮੀਨ 10 ਲੱਖ ਗ੍ਰਾਮ ਸੋਨਾ ਹੋ ਗਿਆ, ਤਕਰੀਬਨ 1000 ਕਿਲੋ ਸੋਨਾ ਹੋ ਗਿਆ ਔਰ ਦੈਟ ਵਾਜ਼ ਦਾ ਕਾਈਂਡ ਆਫ ਬੂਟੀ ਜਿਹੜੀ ਕਿ ਉਸ ਵੇਲੇ ਜੈਪਾਲ ਨੂੰ ਮੁਹੰਮਦ ਗਜ਼ਨੀ ਨੂੰ ਦੇਣੀ ਪਈ। ਜੈਪਾਲ ਦੇ ਗਲੇ ਦੇ ਵਿੱਚ ਜਿਹੜਾ ਹਾਰ ਸੀਗਾ ਇਹ ਕਿਹਾ ਜਾਂਦਾ ਹੈ ਕਿ ਉਸ ਇਕੱਲੇ ਹਾਰ ਦੀ ਕੀਮਤ 20,000 ਦਿਨਾਰ ਤੋਂ ਜ਼ਿਆਦਾ ਸੀ। ਦੈਟ ਮੀਨਸ ਯੂ ਕੈਨ ਵੈਲ ਇਮੇਜਨ ਕਿ ਦੈਟ ਮੀਨਸ ਕਿ 80,000 ਗ੍ਰਾਮ ਜਿਹੜਾ ਸੀਗਾ ਉਹਦਾ ਤਕਰੀਬਨ ਸੋਨੇ ਦਾ ਵੇਟ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਜਿਹੜਾ ਸੀਗਾ ਕਿ ਵੀ ਇਸ ਤਰ੍ਹਾਂ ਦਾ ਉਹਦੀ ਮਤਲਬ ਕਿ ਕਾਸਟ ਹੋਣੀ ਚਾਹੀਦੀ ਹੈ। ਵੇਟ ਨਹੀਂ, ਉਹਦੀ ਕਾਸਟ ਸੀਗੀ ਔਰ ਕਿਹਾ ਜਾਂਦਾ ਕਿ ਗਜ਼ਨੀ ਦੇ ਉਹਦੇ ਗਲੇ ਦੇ ਵਿੱਚੋਂ ਜਿਹੜਾ ਸੀਗਾ ਹੀ ਪੁੱਲ ਦੈਟ ਹਾਰ ਆਊਟ ਔਰ ਇਸ ਤਰ੍ਹਾਂ ਦੇ 18 ਹਾਰ ਜਿਹੜੇ ਸੀਗੇ ਦੇ ਵਰ ਟੇਕਨ ਬਾਏ ਗਜ਼ਨੀ ਵਿਦ ਹਿਮ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਨੂੰ ਪਤਾ ਲੱਗਦਾ। ਨਾ ਆਈ ਐਮ ਟਰਾਈਂਗ ਟੂ ਟੈਲ ਯੂ ਕਿ ਅੱਜ ਦੀ ਡੇਟ ਦੇ ਵਿੱਚ ਅਫਗਾਨਿਸਤਾਨ ਇੱਕ ਬਹੁਤ ਹੀ ਨਮਾਣਾ ਜਿਹਾ ਮੁਲਕ ਹੈ, ਬਹੁਤ ਗਰੀਬ ਜਿਹਾ ਮੁਲਕ ਹੈ ਪਰ ਕਿਸੇ ਵੇਲੇ ਇੱਕ ਬਹੁਤ ਅਮੀਰ ਮੁਲਕ ਹੋ ਗਿਆ ਸੀ ਕਿਉਂਕਿ ਦੇ ਵਰ ਏਬਲ ਟੂ ਸਿਕਿਉਰ ਲੋਟਸ ਐਂਡ ਲੋਟਸ ਆਫ ਮਨੀ ਫਰੋਮ ਦਿਸ ਪਾਰਟੀਕੂਲਰ ਏਰੀਆ। ਔਰ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ 2.5 ਲੱਖ ਦਿਨਾਰ ਹੀ ਵਾਜ਼ ਏਬਲ ਟੂ ਟੇਕ। ਇਸ ਦੇ ਨਾਲ ਹੋਰ ਜਿਹੜੀ ਗੱਲ ਸਮਝਣ ਵਾਲੀ ਹੈ ਕਿ 5 ਲੱਖ ਲੋਕਾਂ ਨੂੰ ਉਹ ਬੰਦੀ ਬਣਾ ਕੇ ਨਾਲ ਲੈ ਕੇ ਗਿਆ ਸੀ। 5 ਲੱਖ ਲੋਕਾਂ ਨੂੰ ਉੱਥੋਂ ਉਹ ਗਜ਼ਨੀ ਦੇ ਵਿੱਚ ਲੈ ਕੇ ਗਿਆ, ਜਾ ਕੇ ਗੁਲਾਮਾਂ ਦੇ ਵਾਂਗੂ ਵੇਚਿਆ ਗਿਆ ਨਾ। ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਰ ਰਿਹਾ, ਇਹ ਉਤਵੀ ਦਾ ਲਿਖਿਆ ਹੋਇਆ ਜਿਹੜਾ ਕਿ ਉਸ ਵੇਲੇ ਦਾ ਉਹਦਾ ਹਿਸਟੋਰੀਕਲ ਰਾਈਟਰ ਸੀਗਾ। ਹੀ ਰਿਟਨ ਵਾਈ ਹਿੰਦ ਇਲਾਕੇ ਤੋਂ 5 ਲੱਖ ਲੋਕਾਂ ਨੂੰ ਬੰਦੀ ਬਣਾ ਕੇ ਲੈ ਕੇ ਜਾਣਾ ਆਪਣੇ ਆਪ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਵੱਡੀ ਗੱਲ ਹੋ ਸਕਦੀ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸੀਗੀ कि एक ना शेर आंदा है कि तलवार जहाँ सोती है बंद मयानों में वह किस्मतें वहाँ सड़ती हैं तय खानों में। ਉਹ 5 ਲੱਖ ਜਿਹੜੇ ਲੋਕੀ ਸੀਗੇ ਕਿਉਂਕਿ ਉਹਨਾਂ ਦੇ ਹੱਥ 'ਚ ਤਲਵਾਰ ਨਹੀਂ ਸੀ, ਇਸੇ ਕਰਕੇ ਉਹ ਤਹਿਖਾਨਿਆਂ ਦੇ ਵਿੱਚ ਮਾਰੇ ਗਏ ਔਰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਦਾ ਮੁੱਲ ਪਿਆ, ਜਾ ਕੇ ਉਹ ਲੋਕਾਂ ਦੇ ਵਿੱਚ ਵੇਚੇ ਗਏ। ਬੰਦੇ, ਔਰਤਾਂ, ਲੜਕੀਆਂ ਜਿਹੜੇ ਸੀ ਦੇ ਵਰ ਟੇਕਨ ਅਵੇ ਫਰੋਮ ਦਿਸ ਪਾਰਟੀਕੂਲਰ ਪਲੇਸ। ਨਾ ਇਹ ਹਿਸਟੋਰੀਕਲ ਫੈਕਟਸ ਨੇ ਜਿਨ੍ਹਾਂ ਕੋਲ ਸਾਨੂੰ ਜਾਣਨਾ ਜ਼ਰੂਰੀ ਹੋ ਜਾਂਦਾ। ਔਰ ਅਸੀਂ ਇਹ ਵੀ ਦੇਖਿਆ ਕਿ ਇਸ ਵੇਲੇ ਇਹ ਜਿਹੜੀ ਲੜਾਈ ਜਿਹੜੀ ਸੀਗੀ ਇਸ ਵੇਲੇ ਉਸ ਤੋਂ ਬਾਅਦ ਜੈਪਾਲ ਤੋਂ ਬਾਅਦ ਉਹਦਾ ਮੁੰਡਾ ਆਨੰਦਪਾਲ ਹੀ ਬਿਕੇਮ ਦਾ ਕਿੰਗ ਆਫ
ਹਿੰਦੂ ਸ਼ਾਹੀ ਰੂਲ, ਆਲਦੋ ਉਹਦੇ ਬਹੁਤ ਸਾਰਾ ਇਲਾਕਾ ਲੂਜ਼ ਕਰ ਲਿਆ ਸੀਗਾ, ਬਟ ਈਵਨ ਦੈਨ ਉਸਨੇ ਜਿਹੜਾ ਸੀਗਾ ਆਪਣਾ, ਹਾਲੇ ਵੀ ਇਹਦਾ ਪੂਰਾ ਅੰਤ ਨਹੀਂ ਸੀ ਹੋਇਆ। ਸੋ ਅਸੀਂ ਅੱਗੇ ਦੇਖਦੇ ਹਾਂ ਕਿ ਕਿਵੇਂ ਅੱਗੇ ਚੱਲਦਾ ਇਹ, ਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਬਕਤਗੀਨ ਤੋਂ ਬਾਅਦ ਜਿਹੜਾ ਸੀਗਾ ਮੁਹੰਮਦ ਗਜ਼ਨੀ ਹੀ ਬਿਕੇਮ ਦਾ ਉਸ ਇਲਾਕੇ ਦਾ ਮਾਲਕ ਬਣ ਗਿਆ। ਸੋ ਇੱਕ ਕੁਐਸਚਨ एग्जाम के पॉइंट ऑफ व्यू नाल भी इंपॉर्टेंट है ये, और वैसे भी साडे वास्ते जानना जरूरी है कि मैं तुहानू पहली किश्त दे विच दस्सिया सीगा कि जिवें साडे जत्थेदार हो गए, अकाल तख्त के जत्थेदार हो गए, उन्होंने असीं प्रमुख बन के चलते हैं कि जो उन्होंने कहा दैट इज़ सच है, ठीक है जी, और तकरीबन हर एक नूं मनना पैंदा कि और उसके पिछे वो नहीं हट सकता। सिमिलरली जिवें शंकराचार्य कोई गल कह देंदे, एवरी हिंदू हैज़ टू बिलीव इट ऑल्सो, जे पोप कोई गल कह देंदे, एवरी क्रिश्चियन हैज़ टू बिलीव इट। सिमिलरली खलीफाज ਜਿਹੜੇ ਕਿ ਮੁਸਲਿਮ ਧਰਮ ਦੇ ਪ੍ਰਮੁੱਖ ਹੁੰਦੇ ਸੀਗੇ ਉਸ ਵੇਲੇ, ਔਰ ਜਿੰਨੇ ਰਾਜੇ ਮਹਾਰਾਜੇ ਸੀਗੇ ਦੇ ਯੂਜ਼ ਟੂ ਸੀਕ ਕਿ ਜਿਵੇਂ ਆਪਾਂ ਕਹਿੰਦੇ ਕਿ ਰਾਜੇ ਜਿਹੜੇ ਸੀਗੇ ਬ੍ਰਾਹਮਣਾਂ ਤੋਂ ਆਪਣੇ ਮੱਥੇ ਤੇ ਤਿਲਕ ਲਵਾਉਂਦੇ ਸੀ, ਭਾਵੇਂ ਇਹ ਬ੍ਰਾਹਮਣ ਦਾ ਉਹਦੇ ਮੱਥੇ ਤੇ ਤਿਲਕ ਲਾਣਾ ਉਹਨੂੰ ਰਾਜ ਸੌਂਪਣਾ ਨਹੀਂ ਸੀ ਹੁੰਦਾ, ਪਰ ਇਹਦਾ ਮਤਲਬ ਹੁੰਦਾ ਸੀਗਾ ਕਿ ਪਬਲਿਕਲੀ ਉਹ ਐਕਸੈਪਟ ਕਰ ਲਿੱਤਾ ਗਿਆ ਐਜ਼ ਏ ਰਾਜਾ। ਸਿਮਿਲਰਲੀ ਜਿੰਨੇ ਵੀ ਰਾਜੇ ਮਹਾਰਾਜੇ ਉਸ ਵੇਲੇ ਮੁਸਲਿਮ ਰਾਜ ਹੁੰਦੇ ਸੀਗੇ, ਉਹਨਾਂ ਵਾਸਤੇ ਜ਼ਰੂਰੀ ਹੋ ਜਾਂਦਾ ਸੀ ਕਿ ਉਹ ਜਿਹੜਾ ਖਲੀਫਾ ਹੈ ਜਾਂ ਕੈਲਿਫ ਹੈ ਉਹਦੇ ਕੋਲੋਂ ਉਹਨੂੰ ਇੱਕ ਤਰ੍ਹਾਂ ਦੀ ਡਿਗਰੀ ਮਿਲ ਜਾਏ ਕਿ ਯੈਸ ਯੂ ਆਰ ਦਾ ਨਾਓ ਕੰਟਰੋਲ ਆਫ ਦਿਸ ਪਰਟੀਕੂਲਰ ਏਰੀਆ। ਸੋ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾ ਸੁਲਤਾਨ ਕਿਸੇ ਨੂੰ ਜੇ ਘੋਸ਼ਿਤ ਕੀਤਾ ਕੈਲਿਫ ਨੇ, ਦੈਟ ਵਾਜ਼ ਮਹਿਮੂਦ ਆਫ ਗਜ਼ਨੀ, ਠੀਕ ਹੈ ਜੀ। ਉਸ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਹੀ ਵਾਜ਼ ਗਿਵਨ ਦਾ ਟਾਈਟਲ, ਉਹਨੂੰ ਟਾਈਟਲ ਕੀ ਦਿੱਤਾ ਗਿਆ ਸੀਗਾ, he was given the title Amin ul Mulk, that is a protector of faith, या और दूसरा Yamin ul Dawla, that is Amin ul Dawla भी कहा जाता उन्होंने, just a minute, कि ਅਮੀਨ ਦੌਲਾ ਜਿਹੜਾ ਸੀਗਾ ਵੀ ਕਿਹਾ ਜਾਂਦਾ ਨਾ। ਇਹ ਸਾਰੇ ਜਿਹੜੀਆਂ ਉਪਾਧੀਆਂ ਸੀਗੀਆਂ ਖਲੀਫਾ ਨੇ ਉਹਨਾਂ ਨੂੰ ਦਿੱਤੀਆਂ, ਬਿਕਾਜ਼ ਮੁਹੰਮਦ ਗਜ਼ਨੀ ਇਸ ਲੜਾਈ ਤੋਂ ਬਾਅਦ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਿਆ ਸੀਗਾ, ਔਰ ਉਸਨੇ ਦਿਖਾ ਦਿੱਤਾ ਸੀਗਾ ਕਿ ਹੀ ਕੈਨ ਰਨ ਡਿਫਰੈਂਟ ਐਕਸਪੀਡੀਸ਼ਨਸ, ਔਰ ਇਹ ਕਿਹਾ ਜਾਂਦਾ ਕਿ ਉਸਨੇ ਇੱਕ ਪ੍ਰਣ ਕੀਤਾ ਸੀਗਾ ਨਾ। ਉਹ ਕਾਫੀ ਪੜ੍ਹਿਆ ਲਿਖਿਆ ਮੁਸਲਮਾਨ ਸੀ, ठीक है जी, बहुत कट्टर मुसलमान भी सी, और उसने यह प्रण किया कि जिन्ने भी मूर्ति पूजा करने वाले लोग ने, ठीक है, उन्होंने मैं जरा बख्शना नहीं, ठीक है जी। यह कट्टड़पंथी बहुत ज़्यादा सीगा, ठीक है। और उन्हें यह भी कहा कि मैं हर साल हिंदुस्तान इन्हों जोड़े मूर्ति पूजा करने वाले लोग ने इन्हों ते हर साल हमला करके इन्हों जोड़े नस्तनाबूद कर देंगे, इन्हों मैं ख़त्म कर देंगा। ये तकरीबन सन 1000 ਤੋਂ ਲੈ ਕੇ सन 1026 ਤੱਕ ਉਹਨੇ ਹਰ ਸਾਲ ਤਾਂ ਨਹੀਂ ਅਟੈਕ ਕੀਤਾ, ਪਰ 17 ਵਾਰ ਹਿੰਦੁਸਤਾਨ ਦੇ ਉੱਤੇ ਅਟੈਕ ਜ਼ਰੂਰ ਹੋਏ, ਠੀਕ ਹੈ ਜੀ ਨਾ। ਜੇ ਤੁਸੀਂ ਗੱਲ ਕਰੀਏ ਕਿ ਹਿੰਦੁਸਤਾਨ ਦੀ ਉਸ ਵੇਲੇ ਕੋਈ ਹਿੰਦੁਸਤਾਨ ਦੀ ਡੈਫੀਨੇਸ਼ਨ ਨਹੀਂ ਸੀ, ਜਾਂ ਹਿੰਦੁਸਤਾਨ ਵੀ ਕੋਈ ਇੱਕ ਇਲਾਕਾ ਨਹੀਂ ਸੀ ਮੰਨਿਆ ਜਾਂਦਾ। ਜੇ ਮੈਂ ਤੁਹਾਨੂੰ ਪਹਿਲੀ ਲੜੀ 'ਚ ਦੱਸਿਆ ਸੀ ਕਿ सन 700 ਦੇ ਵਿੱਚ ਤਕਰੀਬਨ 70 ਰਾਜੇ ਸੀਗੇ, ਉਸ ਤੋਂ ਬਾਅਦ ਕੋਈ 100 ਤੋਂ ਜ਼ਿਆਦਾ ਰਾਜੇ ਸੀਗੇ, ਔਰ ਮੈਂ 1947 ਦੀ ਗੱਲ ਕਰਾਂ ਤਾਂ ਉਸ ਵੇਲੇ 592 ਰਾਜੇ ਹਿੰਦੁਸਤਾਨ 'ਚ ਹੋਇਆ ਕਰਦੇ ਸੀਗੇ। ਤਾਂ ਕਦੇ ਇਹ ਇੱਕ ਬਹੁਤ ਇਕੱਠਾ ਇੱਕ ਵੱਡਾ ਐਮਪਾਇਰ ਨਹੀਂ ਬਣ ਪਾਇਆ। ਸੋ ਇੱਕ ਇੱਕ ਨੂੰ ਕਰਕੇ ਚੁਣ ਕੇ ਮਾਰਨਾ, ਦੈਟ ਬਿਕਮ ਦਾ ਪਾਲਿਸੀ ਆਫ ਗਜ਼ਨੀ, ਮੁਹੰਮਦ ਮਹਿਮੂਦ ਆਫ ਗਜ਼ਨੀ ਆਲਸੋ, ਐਂਡ ਹੀ ਵਾਜ਼ ਏਬਲ ਟੂ ਡੂ ਇਟ। ਸੋ ਅਸੀਂ ਇਹ ਦੇਖਦੇ ਹਾਂ ਕਿ ਮਹਿਮੂਦ ਗਜ਼ਨੀ ਚੱਚ ਦੀ ਲੜਾਈ ਦੇ ਵਿੱਚ ਹੀ ਵਨ। ਦੈਨ ਉਸ ਤੋਂ ਬਾਅਦ ਦੁਬਾਰਾ ਜਿਹੜਾ ਸੀਗਾ ਫਿਰ 1008 ਦੇ ਵਿੱਚ ਫਿਰ ਲੜਾਈ ਹੋਈ, ਜਦੋਂ ਕਿ ਮਹਿਮੂਦ ਗਜ਼ਨੀ ਨੇ ਫਿਰ ਦੁਬਾਰਾ ਅਟੈਕ ਕੀਤਾ, ਔਰ ਉਸ ਅਟੈਕ ਦੇ ਵਿੱਚ ਫਿਰ ਕਿਹਾ ਜਾਂਦਾ ਕਿ ਬਹੁਤ ਸਾਰੇ ਲੁੱਟਮਾਰ ਹੋਈ, ਔਰ ਉਸ ਲੁੱਟਮਾਰ ਤੋਂ ਬਾਅਦ ਹੀ ਵਾਜ਼ ਏਬਲ ਟੂ ਰੀਚ ਨਾਗਰਕੋਟ, ਜਾਂ ਜਿਹਨੂੰ ਕਿ ਅੱਜ ਦੀ ਡੇਟ 'ਚ ਕਾਂਗੜਾ ਕਿਹਾ ਜਾਂਦਾ ਹੈ। ਔਰ ਜਦੋਂ ਉੱਥੇ ਪਹੁੰਚਿਆ ਦੈਨ ਹੀ ਫਾਊਂਡ ਕਿ ਉੱਥੇ ਦਾ ਸਭ ਤੋਂ ਜਿਹੜਾ ਮਸ਼ਹੂਰ ਮੰਦਰ ਉਹਦੇ ਨਾਲ ਕਾਂਗੜਾ ਦੇ ਨਾਲ ਪੈਂਦਾ, ਉਹ ਕਿਹੜਾ ਮੰਦਰ ਪੈਂਦਾ ਆਪਣਾ ਕਿਹੜਾ ਮੰਦਰ ਹੈ ਆਪਣਾ, ਉਹ ਜਵਾਲਾ ਜੀ ਮੰਦਰ ਹੈ, ਜਵਾਲਾ ਜੀ ਨਹੀਂ ਜਵਾਲਾ ਜੀ ਮੰਦਰ ਨਹੀਂ, ਇੱਕ ਕਿਹੜਾ ਮੰਦਰ ਹੈ, ਦੈਟ ਇਜ਼ ਚਿੰਤਪੁਰਨੀ ਮੰਦਰ ਹੈ, ਔਰ ਜਿੱਥੇ ਜੋਤ ਜਗਦੀ ਰਹਿੰਦੀ ਹੈ, ਦੇਖੋ ਜਿਸ ਦਿਨ ਚਿੰਤਪੁਰਨੀ ਹੈ ਨਾ, ਉਹ ਤੋਂ not Chintapurni, it is not Chintapurni, it is Jwalaji ਮੰਦਰ, ਜਵਾਲਾਜੀ ਟੈਂਪਲ ਹੈ, ਠੀਕ ਹੈ ਨਾ। ਸੋ ਜਵਾਲਾਜੀ ਟੈਂਪਲ ਦੇ ਸੀਗਾ, ਜਦੋਂ ਉਹਨੇ ਉਸ ਉੱਤੇ ਅਟੈਕ ਕੀਤਾ, ਹੀ ਫਾਊਂਡ ਕਿ ਪੈਸਾ ਤਾਂ ਘਰਾਂ ਤੋਂ ਜ਼ਿਆਦਾ ਮੰਦਰਾਂ ਦੇ ਵਿੱਚ ਹੈ, ਠੀਕ ਹੈ। ਐਂਡ ਉਸ ਨੇ ਜਿਹੜਾ ਸੀਗਾ ਜਦੋਂ ਉਸ ਨੂੰ ਲੁੱਟਿਆ, ਹੀ ਇਹ ਕਿਹਾ ਜਾਂਦਾ ਕਿ ਫਿਰ ਤਾਂ ਉਹ ਘੋੜੇ ਜਿਹੜੇ ਸੀਗੇ, ਔਰ ਉਹ ਵੀ ਉਹਦੇ ਵਾਸਤੇ ਘੱਟ ਪੈ ਕੇ ਲੱਦ ਕੇ ਲੈ ਕੇ ਜਾਣ ਵਾਸਤੇ, ਕਿ ਇੰਨਾ ਸੋਨਾ ਔਰ ਇੰਨਾ ਗਹਿਣਾ ਜਿਹੜਾ ਸੀਗਾ, ਹੀ ਵਾਜ਼ ਏਬਲ ਟੂ ਮਸਟਰ ਫਰੋਮ ਦੈਟ ਪਰਟੀਕੂਲਰ ਪਲੇਸ। ਸੋ ਇਸ ਤਰੀਕੇ ਦੇ ਨਾਲ ਉਸ ਵੇਲੇ
ਆਨੰਦਪਾਲ ਜਿਹੜਾ ਸੀਗਾ ਉਹ ਉੱਥੋਂ ਭੱਜ ਕੇ ਨਿਕਲ ਗਿਆ ਔਰ ਉਹਦੇ ਨਾਲ ਉਹਦਾ ਮੁੰਡਾ ਤਰਲੋਚਨਪਾਲ ਦੇ ਵੈਂਟ ਟੂ ਕਸ਼ਮੀਰ। ਔਰ ਇਹ ਕਿਹਾ ਜਾਂਦਾ ਕਿ ਫਿਰ ਗਜ਼ਨੀ ਨੇ ਦੁਬਾਰਾ ਉਹਨਾਂ ਦੇ ਉੱਤੇ ਅਟੈਕ ਕੀਤਾ, ਪਰ ਇੱਕੋ ਵਾਰ ਜਿਹੜਾ ਗਜ਼ਨੀ ਫੇਲ ਹੋਇਆ, ਦੈਟ ਇਜ਼ ਕਸ਼ਮੀਰ ਦੇ ਉੱਤੇ ਜਦੋਂ ਅਟੈਕ ਕੀਤਾ ਤਾਂ ਉਸ ਵੇਲੇ ਉਹ ਫੇਲ ਰਿਹਾ। ਔਰ ਇਸ ਤਰੀਕੇ ਦੇ ਨਾਲ ਆਨੰਦਪਾਲ ਔਰ ਤਰਲੋਚਨਪਾਲ ਦੇ ਵਰ ਏਬਲ ਟੂ ਕਿ ਉਹਨਾਂ ਨੇ ਆਪਣਾ ਕਸ਼ਮੀਰ ਦੇ ਆਪਣਾ ਬਚਾਅ ਕੀਤਾ। ਉੱਥੋਂ ਨਿਕਲਦੇ ਹੋਏ ਇਹ ਕਿਹਾ ਜਾਂਦਾ ਕਿ ਉਹ ਸਰਹੰਦ ਆ ਗਏ। ਨਾ, ਆਈ ਐਮ ਟੈਲਿੰਗ ਅਬਾਊਟ ਸਰਹੰਦ ਆਲਸੋ, ਕਿਉਂਕਿ ਸਰਹੰਦ ਬਹੁਤ ਹੀ ਇੰਪੋਰਟੈਂਟ ਟਾਊਨ ਸੀ ਪੁਰਾਣੀ ਹਿਸਟਰੀ ਦੇ ਵਿੱਚ, ਕਿਉਂਕਿ ਇਹ ਕਿਹਾ ਜਾਂਦਾ ਸਰਹੰਦ, ਜਿਹੜਾ ਸਰਹੰਦ ਪਹੁੰਚ ਗਿਆ ਉਹ ਹਿੰਦ ਦੇ ਸਿਰੇ ਦੇ ਉੱਤੇ ਪਹੁੰਚ ਗਿਆ, ਉਹ ਹਿੰਦ ਦੇ ਉੱਤੇ ਕਬਜ਼ਾ ਕਰਨ ਵਾਸਤੇ ਜਿਹੜਾ ਸੀ ਬਿਲਕੁਲ ਤਿਆਰ ਬੈਠਾ, ਕਿਉਂਕਿ ਉਸ ਤੋਂ ਅੱਗੇ ਉਹਦੇ ਵਾਸਤੇ ਰਾਹ ਪੂਰਾ ਖੁੱਲ੍ਹਾ। ਪਹਿਲਾਂ ਜਿਹੜੇ 5 ਦਰਿਆ ਪੈਂਦੇ, ਜਿਹੜਾ 5 ਦਰਿਆ ਪਾਰ ਕਰਕੇ ਆ ਗਿਆ ਉਹਦੇ ਵਾਸਤੇ ਜਿਹੜਾ ਸੀਗਾ ਹੁਣ ਅੱਗੇ ਹਿੰਦੁਸਤਾਨ ਜਿਹੜਾ ਸੀਗਾ ਉਹ ਸਾਹਮਣੇ ਖੁੱਲ੍ਹਾ ਉਹਨੂੰ ਜਿਹੜਾ ਮਿਲੇਗਾ। ਸੋ ਦੈਟ ਇਜ਼ ਵਾਈ ਸਰਹੰਦ ਜਿਹੜਾ ਸੀ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਔਰ ਇਸ ਨੇ ਫਿਰ ਲਾਹੌਰ ਜਾ ਕੇ ਆਪਣੀ ਰਾਜਧਾਨੀ ਬਣਾਈ ਔਰ ਇਸ ਜਗ੍ਹਾ ਦੇ ਉੱਤੇ ਹੀ ਟਰਾਈ ਟੂ ਐਸਟੈਬਲਿਸ਼ ਹਿਜ਼ ਰੂਲ, ਬਟ ਗਜ਼ਨੀ ਨੇ ਫਿਰ ਦੁਬਾਰਾ ਅਟੈਕਸ ਕੀਤੇ ਐਂਡ ਉਹਦੇ ਨਾਲ ਕੀ ਹੋਇਆ ਕਿ ਤਰਲੋਚਨਪਾਲ ਦੀ ਡੈਥ ਤੋਂ ਬਾਅਦ ਉਹਦਾ ਮੁੰਡਾ ਆਨੰਦਪਾਲ ਦੀ ਮੌਤ ਤੋਂ ਤਰਲੋਚਨਪਾਲ ਜਿਹੜਾ ਸੀਗਾ ਉਸ ਨੂੰ ਵੀ ਉੱਥੋਂ ਭੱਜਣਾ ਪਿਆ। ਦੈਨ ਹੀ ਵਾਜ਼ ਨਾਟ ਏਬਲ ਟੂ ਫੇਸ ਇਟ। ਅਲਟੀਮੇਟਲੀ ਦੈਨ ਇਹ ਆਪਣਾ ਜਿਹੜਾ ਸੀਗਾ ਤਕਰੀਬਨ ਇਹ ਸਾਰਾ ਦਾ ਸਾਰਾ ਇਲਾਕਾ ਜਿਹੜਾ ਸੀਗਾ ਦੈਟ ਕੇਮ ਅੰਡਰ ਦ ਕੰਟਰੋਲ ਆਫ ਗਜ਼ਨੀ ਐਮਪਾਇਰ ਦਾ ਹਿੱਸਾ ਬਣ ਗਿਆ। ਨਾਓ ਇਸ ਦੇ ਨਾਲ ਜਿਹੜਾ ਸੀਗਾ ਅਸੀਂ ਦੇਖਾਂਗੇ ਕਿ ਮਹਿਮੂਦ ਅਫ ਗਜ਼ਨੀ ਨੇ ਹਿੰਦੁਸਤਾਨ ਤੇ ਕੋਈ 17 ਵਾਰ ਅਟੈਕ ਕੀਤਾ ਹੈ, ਠੀਕ ਹੈ। ਔਰ 17 ਵਾਰ ਅਟੈਕ ਕਰਨ ਤੋਂ ਬਾਅਦ ਜਿਹੜਾ ਸਭ ਤੋਂ ਦਿਸ ਵਾਜ਼ ਜਿਹੜਾ ਕਾਂਗੜੇ ਵਾਲਾ ਅਟੈਕ ਸੀਗਾ, ਜਿਹੜਾ ਕਿ ਜਵਾਲਾ ਜੀ ਟੈਂਪਲ ਦੇ ਉੱਤੇ ਅਟੈਕ ਸੀਗਾ, ਇੱਕ ਤਾਂ ਇਹ ਬਹੁਤ ਇੰਪੋਰਟੈਂਟ ਸੀਗਾ। ਉਸ ਤੋਂ ਬਾਅਦ ਜਿਹੜੇ ਹੋਰ ਅਟੈਕ ਕੀਤੇ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਫਿਰ ਦੁਬਾਰਾ ਗੱਲ ਕਰਾਂਗਾ, ਕਿਉਂਕਿ ਇਹ ਥੋੜਾ ਡਿਟੇਲ ਦੇ ਸਮਝਣ ਵਾਲੀ ਜ਼ਰੂਰਤ ਆ ਆਪਾਂ ਨੂੰ, ਕਿਉਂਕਿ ਜਿਹੜਾ ਸੋਮਨਾਥ ਦੇ ਮੰਦਿਰ ਦੇ ਉੱਤੇ ਅਟੈਕ ਹੋਇਆ ਸਨ 1026 ਦੇ ਵਿੱਚ, ਉਹਦੀ ਕੁਝ ਕਹਾਣੀ ਇਸ ਤਰੀਕੇ ਦੀ ਹੈ ਕਿ ਮੈਨੂੰ ਲੱਗਦਾ ਕਿ ਮੈਨੂੰ ਸਮਾਂ ਕੁਝ ਹੋਰ ਚਾਹੀਦਾ ਉਹਨੂੰ ਡਿਸਕ੍ਰਾਈਬ ਕਰਨ ਵਾਸਤੇ। ਪਰ ਮੇਰਾ ਇੱਕ ਸਵਾਲ ਜਿਹੜਾ ਹੋਰ ਰਹਿ ਜਾਂਦਾ ਆਮ ਤੌਰ 'ਤੇ, ਜਿਹੜਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਚਾਹੁੰਦਾ ਕਿ ਹਿਸਟਰੀ ਨੂੰ ਮੈਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ, ਪੜ੍ਹਨਾ ਬਹੁਤ ਜ਼ਰੂਰੀ ਹੈ, ਹਿਸਟਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਪਰ ਹਿਸਟਰੀ ਨੂੰ ਕਿੰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਔਰ ਐਗਜ਼ਾਮ ਦੇ ਵਿੱਚ ਇਹਦੀ ਕਿੰਨੀ ਇੰਪੋਰਟੈਂਸ ਹੋਣੀ ਚਾਹੀਦੀ ਹੈ, ਮੇਰਾ ਸਵਾਲ ਇਸ ਚੀਜ਼ ਦੇ ਉੱਤੇ ਬਹੁਤ ਆ ਜਾਂਦਾ। ਹੁਣੇ ਮੈਂ ਦੇਖ ਰਿਹਾ ਕਿ ਹੁਣੇ ਤਹਿਸੀਲਦਾਰ ਦਾ DSP ਦਾ ਪੇਪਰ ਹੋਇਆ ਸੀ, PPSC ਦਾ, ਔਰ ਉਹਦੇ 'ਚ ਇਸ ਤਰ੍ਹਾਂ ਦੇ ਕੁਐਸਚਨ ਆਏ ਸੀਗੇ, ਵਿਚ ਅਮੰਗ ਦਾ ਫੋਲੋਇੰਗ ਸਟੇਟਮੈਂਟ ਆਰ ਕਰੈਕਟ ਅਬਾਊਟ ਪਾਲਾਸ, ਠੀਕ ਹੈ ਜੀ। ਇਸੇ ਤਰੀਕੇ ਨਾਲ ਚੋਲਾ ਬਾਰੇ ਕੁਐਸਚਨ ਆਏ, ਹੋਰ ਚੀਜ਼ਾਂ ਬਾਰੇ ਕੁਐਸਚਨ ਆਏ। ਮੇਰਾ ਇੱਕ ਓਪੀਨੀਅਨ ਹੈ ਔਰ ਮੈਂ ਚਾਹੁੰਦਾ ਕਿ ਇਹ ਓਪੀਨੀਅਨ ਮੈਨੂੰ ਲੱਗਦਾ ਕਿ ਤੁਹਾਡਾ ਵੀ ਓਪੀਨੀਅਨ ਇਹ ਹੋਏਗਾ ਕਿ ਜਿਹੜੇ GS ਵਾਲੇ ਲੈਵਲ ਦੇ ਕੁਐਸਚਨ ਨੇ, ਦੀਜ਼ ਆਰ ਨੀਅਰਲੀ ਕੋਈ ਨਾ ਕਿਤੇ ਇਹ ਪ੍ਰੋਬੇਬਿਲਿਟੀ ਵਾਲੇ ਕੁਐਸਚਨ ਬਣ ਜਾਂਦੇ ਨੇ ਕਿ ਤੁਹਾਡੇ ਅੱਖਾਂ ਦੇ ਅੱਗੋਂ ਕੋਈ ਚੀਜ਼ ਨਿਕਲੀ ਕਿ ਨਹੀਂ ਨਿਕਲੀ, ਔਰ ਐਗਜ਼ਾਮੀਨਰ ਕਿਤੇ ਨਾ ਕਿਤੇ ਕੋਸ਼ਿਸ਼ ਕਰਦਾ ਕੋਈ ਐਸੀ ਚੀਜ਼ ਪਾਵੇ ਜਿਹੜੀ ਕਿ ਕਿਸੇ ਨੂੰ ਨਹੀਂ ਪਤਾ ਹੁੰਦੀ ਜਾਂ ਆਮ ਤੌਰ 'ਤੇ ਲੋਕਾਂ ਨੂੰ ਪਤਾ ਨਹੀਂ ਹੁੰਦੀ ਨਾ। ਕੀ ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਕੀ ਇਹਨਾਂ ਦੀ ਐਗਜ਼ਾਮ ਦੇ ਵਿੱਚ ਵੇਟੇਜ ਹੋਣੀ ਚਾਹੀਦੀ ਹੈ? ਮੇਰੇ ਆਪਣੇ ਓਪੀਨੀਅਨ ਦੇ ਵਿੱਚ ਯੈਸ ਯੂ ਮਸਟ ਨੋ ਅਬਾਊਟ ਹਿਸਟਰੀ, ਕਿਉਂਕਿ ਜਿਵੇਂ ਪਹਿਲਾਂ ਕਿਹਾ ਤੁਹਾਨੂੰ ਕਿ ਜਿਹੜੇ ਬੰਦਿਆਂ ਨੂੰ ਹਿਸਟਰੀ ਨਹੀਂ ਪਤਾ ਉਹ ਅੱਗੇ ਵੀ ਗਲਤੀਆਂ ਕਰਨਗੇ, ਪਰ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਜਾਂ ਇਸ ਤਰ੍ਹਾਂ ਦੀ ਡੈਪਥ ਵਾਲੇ ਕੁਐਸਚਨ ਜਿਸ ਤਰ੍ਹਾਂ ਪਾਏ ਜਾਂਦੇ ਨੇ, ਦੀਜ਼ ਐਗਜ਼ਾਮ ਸ਼ੁੱਡ ਬੀ ਸਿੰਪਲੀ ਕੁਆਲੀਫਾਈਂਗ ਐਗਜ਼ਾਮ। ਇਹਨਾਂ ਦੇ ਜਿਹੜੇ ਨੰਬਰ ਨੇ, ਕਿਉਂਕਿ ਇਹ ਸਾਰਾ ਦਾ ਸਾਰਾ ਇਸ਼ੂ ਜਿਹੜਾ ਹੈਗਾ ਇਹਦੇ ਨਾਲ ਮੈਰਿਟ ਨਹੀਂ ਅਸੈਸ ਹੋਣੀ ਚਾਹੀਦੀ। ਮੈਰਿਟ ਵਾਸਤੇ ਜਿਹੜਾ ਸੀਗਾ ਤੁਹਾਡੀ ਤੁਹਾਡੇ ਜਿਹੜੀ ਇੰਟੈਲੀਜੈਂਸ ਹੈ, ਤੁਹਾਡੀ ਕੈਪੈਸਿਟੀ ਹੈ, ਉਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਡਿਪੈਂਡ ਕਰਦਾ ਹੈ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਦੀਜ਼ ਆਰ ਮੀਅਰਲੀ ਕੁਐਸਚਨਸ ਆਫ ਯੂ ਕੈਨ ਸੇ ਕਿ ਕਿੰਨਾ ਤੁਸੀਂ ਰੱਟਾ ਮਾਰਿਆ ਜਾਂ ਤੁਹਾਡੇ ਸਾਹਮਣੇ ਕੋਈ ਚੀਜ਼ ਨਿਕਲੀ ਹੈ, ਇਹਨਾਂ ਕੁਐਸਚਨਾਂ ਬਾਰੇ ਪ੍ਰੋਬੇਬਿਲਿਟੀ ਜ਼ਿਆਦਾ ਬਣ ਜਾਂਦੀ ਹੈ। ਸੋ ਇੱਕ ਓਪੀਨੀਅਨ ਹੈ ਮੇਰਾ, ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਬਾਰੇ ਆਪਣੀ ਜਿਹੜੀ ਸੀ ਰਾਏ ਸ਼ੇਅਰ ਕਰੋ। ਆਪਾਂ ਫਿਰ ਉਸ ਦੇ ਬਾਰੇ ਦੁਬਾਰਾ ਗੱਲ ਕਰਾਂਗੇ ਕਿ ਹੁਣ ਮੁਹੰਮਦ ਗਜ਼ਨੀ ਨੇ ਹੋਰ ਅੱਗੇ ਕੀ ਕੀਤਾ ਔਰ ਕਿਵੇਂ ਉਹਨੇ ਸੋਮਨਾਥ ਦੇ ਉੱਤੇ ਅਟੈਕ ਕਰਕੇ ਉਸ ਤੋਂ ਬਾਅਦ ਜਿਹੜਾ ਸੀਗਾ ਉਹਦਾ ਕੀ ਹਸ਼ਰ ਹੋਇਆ, ਸਾਨੂੰ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਤਿਹਾਸ ਹੈ ਔਰ ਇਤਿਹਾਸ ਕਿਸੇ ਨੂੰ ਬਖਸ਼ਦਾ ਵੀ ਨਹੀਂ, ਭਾਵੇਂ ਉਹ ਕਿਤੇ ਦਾ ਰਾਜਾ ਵੀ ਹੋਵੇ ਜਾਂ ਕਿਤੇ ਉਹ ਕਿਸੇ ਦਾ ਬਹੁਤ ਵੱਡਾ ਐਂਪਰਰ ਬਣ ਜਾਏ ਔਰ ਕਦੇ ਨੀਚੇ ਤੋਂ ਚੱਕ ਕੇ ਬੰਦੇ ਨੂੰ ਉੱਪਰ ਲੈ ਜਾਂਦਾ, ਉੱਪਰ ਵਾਲੇ ਨੂੰ ਕਦੇ ਜਾ ਕੇ ਥੱਲੇ ਸੁੱਟ ਦਿੰਦਾ। ਇਤਿਹਾਸ ਨਹੀਂ ਕਿਸੇ ਨੂੰ ਬਖਸ਼ਦਾ। ਸੋ ਆਪਾਂ ਦੁਬਾਰਾ ਫਿਰ ਗੱਲ ਕਰਾਂਗੇ ਗਜ਼ਨੀ ਦੇ ਬਾਰੇ ਦੇ ਵਿੱਚ। ਅੱਜ ਇੰਨਾ ਹੀ। ਥੈਂਕ ਯੂ।